गुड इवनिंग बेटा। ਅੱਜ बेटा ਆਪਾਂ टॉपिक डिस्कस करना प्रोटीन्स। प्रोटीन्स दीज आर बायोमोलिक्यूल्स विच आर कंडेंसेशन पॉलीमर्स ऑफ अल्फा अमाइनो एसिड्स। ठीक है, ये प्रोटीन्स की ने दीज आर दोज बायोमोलिक्यूल्स विच आर कंडेंसेशन पॉलीमर्स ऑफ अल्फा अमाइनो एसिड्स। ਇਹ जो प्रोटीन्स ने ਇਹ ਸਾਡੀ ਲਿਵਿੰਗ ਆਰਗੇਨਿਜ਼ਮਸ ਦੀ ਬਾਡੀ ਨੂੰ ਸਟਰਕਚਰ ਪ੍ਰੋਵਾਈਡ ਕਰਦੇ। ਜਿਸ ਤਰ੍ਹਾਂ ਸੈਲੂਲੋਜ਼ ਪਲਾਂਟ ਬਾਡੀ ਨੂੰ ਸਟਰਕਚਰ ਪ੍ਰੋਵਾਈਡ ਕਰਦੀ ਹੈ, ਇਸੇ ਤਰ੍ਹਾਂ ਹੀ ਪ੍ਰੋਟੀਨਸ ਜੋ ਨੇ ਦੇ ਆਰ ਸਟਰਕਚਰਲ ਮਟੀਰੀਅਲਸ ਆਫ ਦਾ ਐਨੀਮਲ ਬਾਡੀ। ਠੀਕ ਹੈ, ਪ੍ਰੋਟੀਨਸ ਸਾਡੀ ਬਾਡੀ ਦੀ ਨੋਰਮਲ ਗਰੋਥ ਲਈ, ਮੇਨਟੇਨੈਂਸ ਦੇ ਲਈ ਬੜੀਆਂ ਜ਼ਰੂਰੀ ਨੇ। ਠੀਕ ਹੈ, ਦੇ ਆਰ ਵੈਰੀ ਇਸੈਂਸ਼ੀਅਲ ਫॉर ਦਾ ਨੋਰਮਲ ਗਰੋਥ ਐਂਡ ਮੇਨਟੇਨੈਂਸ। ਠੀਕ ਹੈ, ਦੇ ਰਿਪੇਅਰ ਦਾ ਟਿਸ਼ੂਜ਼। ਠੀਕ ਹੈ, ਜੋ ਸਾਡੇ ਡਿਊਰਿੰਗ ਵਰਕਆਊਟ ਜਾਂ ਡਿਊਰਿੰਗ ਅਸੀਂ ਕੋਈ ਐਕਟੀਵਿਟੀਜ਼ ਕਰਦੇ ਹਾਂ, ਸਾਡੇ ਟਿਸ਼ੂ ਜਿਹੜੇ ਬ੍ਰੇਕਡਾਊਨ ਹੁੰਦੇ ਆ ਉਹਨਾਂ ਨੂੰ ਰਿਪੇਅਰ ਕਰਨ ਦੇ ਲਈ ਪ੍ਰੋਟੀਨਸ ਬੜੀਆਂ ਜ਼ਰੂਰੀ ਨੇ। ਦ ਵਰਡ ਪ੍ਰੋਟੀਨ ਹੈਜ਼ ਬੀਨ ਡਰਾਈਵਡ ਫਰੋਮ ਦਾ ਗ੍ਰੀਕ ਵਰਡ ਪ੍ਰੋਟੀਓਸ। ठीक है, PROTEIOS, प्रोटीओस। एंड दिस प्रोटीओस मीन प्राइम इंपॉर्टेंस। ठीक है, जो कंपाउंड्स ने दे आर वेरी इसेंशियल फॉर द नॉर्मल ग्रोथ एंड मेनटेनेंस ऑफ द बॉडी। इन्हों के प्रोटीन्स के चीफ सोर्सिस जोड़े ने दे आर पल्सिस। ठीक है, मिल्क, इस तो इलावा चीज़। ठीक है, पल्सिस, मिल्क, चीज़ हो गया, पीनट्स हो गए, तो उस तो भी ज़्यादा रिच जोड़ा मिल्क है। ठीक है, मिल्क के नाल जोड़े नॉन वेज भी आते साढ़े को मीट, फिश एंड एग, दे आर रिच सोर्स ऑफ प्रोटीन्स। मीट, एग एंड फिश, दे आर रिच सोर्स ऑफ प्रोटीन्स। नाउ वट आर अल्फा अमाइनो एसिड्स। ठीक है, अल्फा अमाइनो एसिड्स की ने फर्स्ट ऑफ ऑल एन अल्फा अमाइनो एसिड इज़ ए कंपाउंड विच कंटेन अमाइनो ग्रुप एज वेल एज एसिड ग्रुप। ਜਿਹੜੇ ਕੰਪਾਊਂਡ ਦੇ ਵਿੱਚ ਅਮਾਈਨੋ ਗਰੁੱਪ ਯਾਨੀ ਕਿ NH2 ਤੇ ਐਸਿਡ ਗਰੁੱਪ ਮੀਨਸ ਕਾਰਬੋਕਸਿਲ ਗਰੁੱਪ ਹੋਏਗਾ, these compounds are called amino acids and if these two groups are present at the 1-2 positions, ਬਿਲਕੁਲ ਐਡਜੇਸੈਂਟ ਕਾਰਬਨਸ ਦੇ ਉੱਤੇ ਅਗਰ ਉਹ ਪ੍ਰੈਜ਼ੈਂਟ ਹੋਣ ਤੇ ਆਪਾਂ ਉਹਨਾਂ ਨੂੰ ਕੀ ਕਵਾਂਗੇ ਕਿ ਇਹ ਅਲਫਾ ਅਮਾਈਨੋ ਐਸਿਡਸ ਨੇ। ਫੋਰ ਐਗਜ਼ਾਮਪਲ ਮੈਂ ਇੱਕ ਜਨਰਲ ਜਿਸ ਤਰ੍ਹਾਂ ਸਟਰਕਚਰ ਡਰਾ ਕਰਾਂ ਕਿਸੇ ਅਮਾਈਨੋ ਐਸਿਡ ਦਾ, ਤੇ ਮੇਰੇ ਕੋਲ ਇਹ ਸਟਰਕਚਰ ਉਹਦਾ ਬਣਦਾ ਕਿ ਕਾਰਬੋਕਸਿਲ ਗਰੁੱਪ ਵੀ ਹੈ ਤੇ ਅਮਾਈਨੋ ਗਰੁੱਪ ਵੀ ਹੈ, ਤੇ ਇਹਦੇ ਨਾਲ ਇੱਕ ਹਾਈਡਰੋਜਨ ਐਟਮ ਲਗਾ ਸਕਦੇ ਇੱਥੇ ਆਪਾਂ। ਠੀਕ ਹੈ, ਇਹ ਸਾਡੇ ਕੋਲ ਇੱਕ ਜਨਰਲ ਸਟਰਕਚਰ ਹੈਗਾ ਕਿਸੇ ਐਲਫਾ ਅਮਾਈਨੋ ਐਸਿਡ ਦਾ, ਜਿਹਦੇ ਵਿੱਚ ਕੀ ਹੈਗਾ ਅਮਾਈਨੋ ਗਰੁੱਪ ਵੀ ਹੈ ਤੇ ਕਾਰਬੋਕਸਿਲ ਗਰੁੱਪ ਵੀ ਹੈ। ਠੀਕ ਹੈ, ਇਹ ਸੇਮ ਕਾਰਬਨ ਦੇ ਉੱਤੇ ਪ੍ਰੈਜ਼ੈਂਟ ਹੋ ਸਕਦੇ ਹੈ। ਐਲਫਾ ਅਮਾਈਨੋ ਐਸਿਡਸ ਆਰ ਦੋਜ਼ ਕੰਪਾਊਂਡਸ ਵਿਚ ਕੰਟੇਨ ਐਨ ਅਮਾਈਨੋ ਗਰੁੱਪ ਐਜ਼ ਵੈਲ ਐਜ਼ ਐਨ ਐਸਿਡ ਗਰੁੱਪ, ਯਾਨੀ ਕਿ ਕਾਰਬੋਕਸਿਲ ਗਰੁੱਪ ਦੋਨੋਂ ਹੋਣ। ਅਸੀਂ ਇਹਨਾਂ ਅਮਾਈਨੋ ਐਸਿਡਸ ਨੂੰ ਅਸੀਂ ਜੇ ਦੇਖੋ ਇਹਦੇ ਵਿੱਚ ਕੀ ਹੈ ਕਿ ਅਮਾਈਨੋ ਐਸਿਡਸ ਦੇ ਵਿੱਚ ਐਸਿਡ ਗਰੁੱਪ ਵੀ ਹੈ, ਬੇਸਿਕ ਗਰੁੱਪ ਵੀ ਹੈ। ਇਹ ਐਸਿਡਿਕ ਗਰੁੱਪ ਹੋ ਗਿਆ, ਕਾਰਬੋਕਸਿਲ ਗਰੁੱਪ ਇਜ਼ ਐਨ ਐਸਿਡਿਕ ਗਰੁੱਪ ਐਂਡ ਅਮਾਈਨੋ ਗਰੁੱਪ ਇਜ਼ ਏ ਬੇਸਿਕ ਗਰੁੱਪ। ਠੀਕ ਹੈ, ਹੁਣ ਇਹ ਦੋਨੋਂ ਗਰੁੱਪਸ ਦੇ ਹੋਣ ਕਰਕੇ ਇਹ ਕੰਪਾਊਂਡਸ ਜਿਹੜੇ ਨੇ ਦੇ ਮਸਟ ਬਿਹੇਵ ਲਾਈਕ ਐਮਫੋਟੈਰਿਕ ਸਬਸਟੈਂਸਿਸ। ਠੀਕ ਹੈ, ਇਹਨਾਂ ਨੂੰ ਐਮਫੋਟੈਰਿਕ ਸਬਸਟੈਂਸ ਬਿਹੇਵ ਕਰਨਾ ਚਾਹੀਦਾ, ਪਰ ਸਮਟਾਈਮਸ ਕੁਛ ਅਮਾਈਨੋ ਐਸਿਡਸ ਜਿਹੜੀਆਂ ਨੇ ਉਹ ਐਸਿਡ ਦੀ ਤਰ੍ਹਾਂ ਬਿਹੇਵ ਕਰਦੀਆਂ, ਕੁਛ ਬੇਸ ਦੀ ਤਰ੍ਹਾਂ, ਤੇ ਕੁਛ ਨਿਊਟਰਲ ਹੁੰਦੀਆਂ। means depending upon nature we have 3 types of amino acids। nature ਦੇ ਬੇਸ ਤੇ ਸਾਡੇ ਕੋਲ 3 ਤਰ੍ਹਾਂ ਦੀਆਂ ਅਮਾਈਨੋ ਐਸਿਡਸ ਨੇ, ਇੱਕ ਐਸਿਡਿਕ, ਇੱਕ ਬੇਸਿਕ ਐਂਡ ਥਰਡ ਵਨ ਜਿਹੜੀਆਂ these are neutral। ਠੀਕ ਹੈ, ਇਹ 3 ਤਰ੍ਹਾਂ ਦੀਆਂ ਅਮਾਈਨੋ ਐਸਿਡਸ ਹੁੰਦੀਆਂ ਨੇ, ਐਸਿਡਿਕ, ਬੇਸਿਕ ਐਂਡ ਨਿਊਟਰਲ। ਇਨ ਐਸਿਡਿਕ ਅਮਾਈਨੋ ਐਸਿਡਸ ਕੀ ਹੁੰਦਾ, there are 2 carboxyl groups, there are 2 acid group and 1 amine group। ਠੀਕ ਹੈ, 2 ਐਸਿਡਿਕ ਗਰੁੱਪ ਹੋਣਗੇ ਕਾਰਬੋਕਸਿਲ ਤੇ ਇੱਕ ਕੀ ਹੋਏਗਾ ਅਮੀਨ ਗਰੁੱਪ ਹੋਏਗਾ। ਬੇਸਿਕ ਅਮਾਈਨੋ ਐਸਿਡਸ ਦੇ ਵਿੱਚ ਉਲਟਾ ਹੋ ਜਾਏਗਾ, ਦੇਰ ਆਰ ਇਨ ਬੇਸਿਕ ਅਮਾਈਨੋ ਐਸਿਡ ਦੇਰ ਵਿਲ ਬੀ 2 ਅਮੀਨ ਗਰੁੱਪਸ ਐਂਡ 1 ਕਾਰਬੋਕਸਿਲ ਗਰੁੱਪ, ਯਾਨੀ ਕਿ 2:1 ਦੇ ਵਿੱਚ ਹੈ ਪ੍ਰੈਜ਼ੈਂਟ ਹੋਣਗੇ। ਠੀਕ ਹੈ, 2:1 'ਚ ਕੀ ਹੋਣਗੇ ਅਮਾਈਨੋ ਤੇ ਕਾਰਬੋਕਸਿਲ ਗਰੁੱਪ ਜਿਹੜੇ ਨੇ ਉਹ 2:1 ਦੇ ਰੇਸ਼ੋ ਵਿੱਚ ਕੀ ਹੈ ਪ੍ਰੈਜ਼ੈਂਟ ਹੋਣਗੇ। ਇਨ ਨਿਊਟਰਲ ਅਮਾਈਨੋ ਐਸਿਡ ਦੇ ਆਰ ਪ੍ਰੈਜ਼ੈਂਟ ਇਨ 1:1 ਮੀਨਸ ਦੇਰ ਆਰ ਇਕੁਅਲ ਨੰਬਰ ਆਫ ਕਾਰਬੋਕਸਿਲ ਐਂਡ ਅਮੀਨ ਗਰੁੱਪਸ। ਠੀਕ ਹੈ, ਇਹ ਨਿਊਟਰਲ ਅਮਾਈਨੋ ਐਸਿਡਸ ਵਿੱਚ ਇਕੁਅਲ ਨੰਬਰ ਆਫ ਅਮਾਈਨੋ ਗਰੁੱਪ ਐਂਡ ਕਾਰਬੋਕਸਿਲ ਗਰੁੱਪ ਦੋਨੋਂ ਇਕੁਅਲ ਨੰਬਰਸ ਪ੍ਰੈਜ਼ੈਂਟ ਹੋਣਗੇ। ਐਂਡ ਇਨ ਐਸਿਡਿਕ ਅਮਾਈਨੋ ਐਸਿਡ ਦੇਰ ਵਿਲ ਬੀ 2 ਕਾਰਬੋਕਸਿਲ ਗਰੁੱਪ ਐਂਡ 1 ਅਮੀਨ ਗਰੁੱਪ, ਵਾਈਲ ਇਨ ਬੇਸਿਕ ਅਮਾਈਨੋ ਐਸਿਡਸ ਦੇਰ ਵਿਲ ਬੀ 2 ਅਮਾਈਨੋ ਗਰੁੱਪਸ ਐਂਡ 1 carboxyl group, and in neutral amino acids both the amino group and carboxyl group are present in equal ratio 1:1। ਠੀਕ ਹੈ, ਇਸ ਤੋਂ ਬਾਅਦ ਆਪਾਂ ਬੇਟਾ ਕਲਾਸੀਫਿਕੇਸ਼ਨ ਕਰਨੀ ਹੈ ਕਿ ਅਸੀਂ ਇਹਨਾਂ ਅਮਾਈਨੋ ਐਸਿਡਸ ਨੂੰ ਇੱਕ ਤੇ ਨੇਚਰ ਦੇ ਬੇਸ ਤੇ 3 ਗਰੁੱਪਸ ਵਿੱਚ ਕਲਾਸੀਫਾਈ ਕਰ ਸਕਦੇ ਹਾਂ, ਐਸਿਡਿਕ ਅਮਾਈਨੋ ਐਸਿਡ, ਬੇਸਿਕ ਅਮਾਈਨੋ ਐਸਿਡ ਐਂਡ ਨਿਊਟਰਲ ਅਮਾਈਨੋ ਐਸਿਡ। ਇਸ ਤੋਂ ਇਲਾਵਾ ਬੇਟਾ ਸਾਡੀ ਬੋਡੀ ਦੀ ਰਿਕੁਆਇਰਮੈਂਟ ਦੇ ਬੇਸ ਤੇ, ਬੋਡੀਲੀ ਰਿਕੁਆਇਰਮੈਂਟ ਦੇ ਬੇਸ ਦੇ ਉੱਤੇ ਆਪਾਂ ਇਹਨਾਂ ਨੂੰ ਕਲਾਸੀਫਾਈ ਕਰ ਸਕਦੇ ਹਾਂ ਇਨਟੂ 2 ਗਰੁੱਪਸ। ਇਹ ਸਭ ਤੋਂ ਜ਼ਿਆਦਾ ਐਕਸੈਪਟਡ ਜਿਹੜਾ
ਅਮਾਈਨੋ ਐਸਿਡਸ ਦੀ ਕਲਾਸੀਫਿਕੇਸ਼ਨ ਹੈ ਬੋਡੀਲੀ ਰਿਕੁਆਇਰਮੈਂਟਸ ਦੇ ਬੇਸ ਤੇ ਡਿਪੈਂਡਿੰਗ ਅਪੋਨ ਦਾ requirement of amino acids by our body. There are two types of amino acids. One are essential amino acids, ठीक है. Second are non essential amino acids, ठीक है. Essential amino acids are those amino acids which must be present in our diet. ਉਹ ਅਮਾਈਨੋ ਐਸਿਡਸ ਨੇ ਜਿਹੜੀਆਂ ਸਾਡੀ ਡਾਈਟ 'ਚ ਐਸੈਂਸ਼ਲੀ ਪ੍ਰੈਜ਼ੈਂਟ ਹੋਣੀਆਂ ਚਾਹੀਦੀਆਂ ਬਿਕੋਜ਼ ਆਵਰ ਬੋਡੀ ਕੈਨ ਨਾਟ ਸਿੰਥੇਸਾਈਜ਼ ਥੀਸ ਅਮਾਈਨੋ ਐਸਿਡਸ, ਠੀਕ ਹੈ. ਇਹਨਾਂ ਐਸੈਂਸ਼ੀਅਲ ਅਮਾਈਨੋ ਐਸਿਡਸ ਦਾ ਸਾਡੀ ਡਾਈਟ 'ਚ ਪ੍ਰੈਜ਼ੈਂਟ ਹੋਣਾ ਬੜਾ ਜ਼ਰੂਰੀ ਹੈ ਐਂਡ ਵਿਦਆਊਟ ਦੇਅਰ ਪ੍ਰੈਜ਼ੈਂਸ ਇਨ ਦਾ ਡਾਈਟ ਵੀ ਮੇ ਸਫਰ ਫਰੋਮ ਡੈਫੀਸ਼ੀਐਂਸੀ ਡਿਜ਼ੀਜ਼ਸ, ਠੀਕ ਹੈ. ਇਹਨਾਂ ਦੀ ਅਗਰ ਕਮੀ ਹੋਏਗੀ ਸਾਡੀ ਡਾਈਟ ਵਿੱਚ ਤਾਂ ਸਾਨੂੰ ਇੱਕ ਡੈਫੀਸ਼ੀਐਂਸੀ ਡਿਜ਼ੀਜ਼ ਜਿਹੜੀ ਆ ਉਹ ਹੋ ਸਕਦੀ ਹੈ ਲਾਈਕ ਕੁਆਸ਼ੀਓਰਕਰ, ਠੀਕ ਹੈ. Kwashiorkor is a deficiency disease and it is caused by the deficiency of amino acids. Acha, essential amino acids are those amino acids which must be present in our diet and they need not they cannot be synthesized by our body, ठीक है. Essential amino acids must be present in our diet because our bodies cannot synthesize these amino acids. Secondly, their deficiency may result in deficiency diseases like kwashiorkor. On the other hand, non-essential amino acids are those amino acids which need not necessarily be present in our diet because our bodies can synthesize these non-essential amino acids. ਸਾਡੀ ਬੋਡੀਜ਼ ਇਹਨਾਂ ਨੋਨ ਅਸੈਂਸ਼ੀਅਲ ਅਮਾਈਨੋ ਐਸਿਡਸ ਨੂੰ ਪ੍ਰਪੇਅਰ ਕਰ ਸਕਦੀ ਹੈ, ਸਿੰਥੇਸਾਈਜ਼ ਕਰ ਸਕਦੀ ਹੈ. ਦੈਟ ਇਜ਼ ਵਾਈ ਦੇ ਮੇ ਨਾਟ ਬੀ ਇਫ ਦੇ ਆਰ ਨਾਟ ਪ੍ਰੈਜ਼ੈਂਟ ਇਨ ਆਵਰ ਡਾਈਟ ਵੀ ਵਿਲ ਨਾਟ ਸਫਰ ਫਰੋਮ ਐਨੀ ਡਿਜ਼ੀਜ਼. ਅਗਰ ਨਾ ਵੀ ਇਹ ਪ੍ਰੈਜ਼ੈਂਟ ਹੋਣ ਨੋਨ ਅਸੈਂਸ਼ੀਅਲ ਅਮਾਈਨੋ ਐਸਿਡਸ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਸਾਡੀ, ਠੀਕ ਹੈ. ਗਰੋਥ ਮੇਨਟੇਨੈਂਸ 'ਚ ਕੋਈ ਮੁਸ਼ਕਲ ਨਹੀਂ ਆਏਗੀ. ਇਸ ਤੋਂ ਇਲਾਵਾ ਜਦੋਂ ਆਪਾਂ ਜੋ ਖਾਣੇ ਖਾਂਦੇ ਹਾਂ, ਜੋ ਵੀ ਆਪਾਂ ਖਾਣਾ ਖਾਂਦੇ ਹਾਂ ਕਿਸੇ ਵੀ ਨਿਊਟਰੀਐਂਟ ਨੂੰ ਲੈਣ ਦੇ ਲਈ, ਤੇ ਹੋ ਸਕਦਾ ਕੁਛ ਫੂਡ ਐਸੇ ਨੇ ਜਿਹੜੇ ਹਰ ਤਰ੍ਹਾਂ ਦੇ ਸਾਨੂੰ ਜੋ ਵਿਟਾਮਿਨਸ ਰਿਕੁਆਇਰਡ ਨੇ ਉਹ ਪ੍ਰੋਵਾਈਡ ਕਰਦੇ. ਕੁਛ ਫੂਡ ਐਸੇ ਜਿਸ ਤਰ੍ਹਾਂ ਮੀਟ, ਫਿਸ਼ ਐਂਡ ਐਗ ਹੈ, ਮੀਟ, ਫਿਸ਼, ਐਗ ਹੈ, ਮਿਲਕ ਹੈ, ਦੇ ਪ੍ਰੋਵਾਈਡ ਅਸ ਵਿਦ ਆਲ ਦਾ ਰਿਕੁਆਇਰਡ ਵਿਟਾਮਿਨਸ, ਠੀਕ ਹੈ. ਸਾਰੇ ਵਿਟਾਮਿਨਸ ਜੋ ਚਾਹੀਦੇ ਸਾਡੀ ਬੋਡੀ ਨੂੰ, ਨਿਊਟਰੀਐਂਟਸ ਜੋ ਚਾਹੀਦੇ ਆ ਸਾਰੇ ਉਹਨਾਂ ਤੋਂ ਮਿਲਦੇ ਆ, ਠੀਕ ਹੈ. ਵਿਟਾਮਿਨ, ਨਿਊਟਰੀਐਂਟ, ਮਿਨਰਲਸ, ਫੈਟਸ, ਪ੍ਰੋਟੀਨ ਸਭ ਕੁਛ ਮਿਲ ਜਾਂਦਾ ਜਿਸ ਤਰ੍ਹਾਂ ਮਿਲਕ ਹੈ. ਪਰ ਕੁਛ ਫੂਡਸ ਐਸੇ ਨੇ ਜਿਨ੍ਹਾਂ ਤੋਂ ਸਾਨੂੰ ਸਾਰਾ ਕੁਛ ਨਹੀਂ ਮਿਲਦਾ, ਠੀਕ ਹੈ. ਹੁਣ ਇਸੇ ਤਰ੍ਹਾਂ ਹੀ ਜਦੋਂ ਆਪਾਂ ਕੋਈ ਖਾਣਾ ਲੈਂਦੇ ਹਾਂ, ਕੋਈ ਫੂਡ ਅਸੀਂ ਯੂਜ਼ ਕਰਦੇ ਹਾਂ ਅਤੇ ਉਹਦੇ ਵਿੱਚ ਹੋ ਸਕਦਾ ਕਿ ਸਾਰੀਆਂ ਸਾਨੂੰ ਅਮਾਈਨੋ ਐਸਿਡ ਮਿਲ ਜਾਣ ਜੋ ਸਾਡੀ ਬੋਡੀ ਨੂੰ ਰਿਕੁਆਇਰਡ ਹੈ, ਠੀਕ ਹੈ. ਅਤੇ ਹੋ ਸਕਦਾ ਨਾ ਮਿਲਣ, ਕੁਛ ਅਮਾਈਨੋ ਐਸਿਡਸ ਵਿੱਚ ਉਹ ਲੈਕਿੰਗ ਹੋਣ, ਮਤਲਬ ਡੈਫੀਸ਼ੀਐਂਟ ਹੋਣ. ਡਿਪੈਂਡਿੰਗ ਅਪੋਨ whether a protein contains all the essential amino acids or not, we have two types of proteins. ਸਾਡੇ ਕੋਲ ਪ੍ਰੋਟੀਨਸ ਜਿਹੜੀਆਂ ਨੇ ਇਹਨਾਂ ਨੂੰ ਵੀ ਆਪਾਂ ਦੋ ਗਰੁੱਪਸ ਵਿੱਚ ਕਲਾਸੀਫਾਈ ਕਰ ਸਕਦੇ ਹਾਂ. ਪ੍ਰੋਟੀਨਸ ਜੋ ਨੇ, ਪ੍ਰੋਟੀਨਸ ਨੂੰ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਇਨਟੂ ਕੰਪਲੀਟ ਪ੍ਰੋਟੀਨਸ ਐਂਡ ਇਨਕੰਪਲੀਟ ਪ੍ਰੋਟੀਨਸ. A complete protein is that protein which provide us with all the required amino acids, ठीक है, in the right proportion. The amino acids or the proteins which provide us with all the essential and non-essential amino acids in right proportion, that protein is called complete protein, ठीक है. But for ਇਹਦੀ ਐਗਜ਼ਾਮਪਲ ਹੈ ਜਿਸ ਤਰ੍ਹਾਂ ਮੀਟ ਹੈ, ਫਿਸ਼ ਹੈ, ਐਗਸ ਨੇ, ਠੀਕ ਹੈ, ਐਂਡ ਮਿਲਕ ਹੈ ਅਗਰ ਪਿਓਰ ਹੋਵੇ. ਇਹ ਚਾਰ ਚੀਜ਼ਾਂ, ਠੀਕ ਹੈ. ਇਹ ਚਾਰੋਂ ਜਿਹੜੇ ਫੂਡ ਮਟੀਰੀਅਲਸ ਨੇ ਦੇ ਐਕਟ ਐਜ਼ ਕੰਪਲੀਟ ਪ੍ਰੋਟੀਨਸ ਬਿਕੋਜ਼ ਦੇ ਪ੍ਰੋਵਾਈਡ ਅਸ ਵਿਦ ਆਲ ਦਾ ਐਸੈਂਸ਼ੀਅਲ ਅਮਾਈਨੋ ਐਸਿਡ. ਜਿੰਨੀਆਂ ਅਮਾਈਨੋ ਐਸਿਡਸ ਬੋਡੀ ਨੂੰ ਚਾਹੀਦੀਆਂ ਨਾਰਮਲ ਗਰੋਥ ਲਈ, ਦੇ ਆਰ ਆਲ ਪ੍ਰੋਵਾਈਡਡ ਬਾਈ ਦਾ ਮੀਟ, ਫਿਸ਼, ਐਗਸ ਐਂਡ ਮਿਲਕ. ਬਟ ਦੇਰ ਆਰ ਸਰਟਨ ਫੂਡਸ, there are certain materials or proteins which do not provide us with all the essential amino acids. ਸਾਰੀਆਂ amino acids ਨਹੀਂ ਮਿਲਦੀਆਂ. ਜਿਸ ਤਰ੍ਹਾਂ ਰਾਈਸ ਹੈ, ਖਾਲੀ ਚਾਵਲ ਜਿਹੜੇ ਹੈਗੇ ਨੇ, ਠੀਕ ਹੈ, ਵੀਟ ਹੈ, ਠੀਕ ਹੈ, they are incomplete proteins, ਠੀਕ ਹੈ. they are lacking in one or more essential amino acids, ਠੀਕ ਹੈ. ਇਹਨਾਂ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ essential amino acids ਨੇ ਨਹੀਂ ਪ੍ਰੈਜ਼ੈਂਟ ਹੁੰਦੀਆਂ. that is why we have to rely on the other foods like ਜੋ ਵੈਜੀਟੇਰੀਅਨਸ ਨੇ ਉਹ ਮਿਲਕ ਲੈਂਦੇ ਆ, ਤਾਂ ਨੋਨ ਵੈਜੀਟੇਰੀਅਨਸ ਜਿਹੜੇ ਨੇ ਮੀਟ, ਫਿਸ਼, ਐਗ ਵਗੈਰਾ ਯੂਜ਼ ਕਰ ਲੈਂਦੇ ਨਾਲ. ਹੁਣ ਜਿਹੜੀਆਂ ਅਮਾਈਨੋ ਐਸਿਡਸ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ, ਅਸੈਂਸ਼ੀਅਲ, ਨੋਨ ਅਸੈਂਸ਼ੀਅਲ ਦੀ, ਇਹਨਾਂ ਅਮਾਈਨੋ ਐਸਿਡਸ ਦੀਆਂ ਅਗਰ ਪ੍ਰੋਪਰਟੀਜ਼ ਨੂੰ ਆਪਾਂ ਦੇਖੀਏ ਤਾਂ ਫਸਟ ਆਫ ਆਲ ਜੋ ਅਮਾਈਨੋ ਐਸਿਡਸ ਨੇ ਦੇ ਆਰ ਕਲਰਲੈਸ ਐਂਡ ਕ੍ਰਿਸਟਲਾਈਨ ਕੰਪਾਊਂਡਸ, ਠੀਕ ਹੈ. ਦੀਜ਼ ਆਰ ਆਲ ਕਲਰਲੈਸ ਕ੍ਰਿਸਟਲਾਈਨ ਕੰਪਾਊਂਡਸ ਐਂਡ ਦੇ ਆਰ ਵਾਟਰ ਸੋਲੂਬਲ, ਠੀਕ ਹੈ. ਜਿਸ ਤਰ੍ਹਾਂ ਪ੍ਰੋਟੀਨ ਪਾਊਡਰ ਮਿਲਦੇ ਆ ਨਾ, ਅਮਾਈਨੋ ਐਸਿਡਸ ਵਗੈਰਾ ਜਿਹੜੇ ਬੋਡੀ ਬਿਲਡਰਸ ਹੁੰਦੇ ਉਹ ਪ੍ਰੋਟੀਨ ਪਾਊਡਰ ਪੀਂਦੇ ਆ, ਉਹ ਕੀ ਨੇ ਪਾਣੀ ਦੇ ਵਿੱਚ ਵੀ ਲੈ ਲੈਂਦੇ ਨੇ, ਮਿਲਕ ਦੇ ਵਿੱਚ ਵੀ ਇਹਨੂੰ ਯੂਜ਼ ਕਰ ਲੈਂਦੇ ਆ. ਤਾਂ ਅਮਾਈਨੋ ਐਸਿਡਸ ਕੀ ਨੇ? ਦੇ ਆਰ ਕਲਰਲੈਸ ਕ੍ਰਿਸਟਲਾਈਨ ਕੰਪਾਊਂਡਸ, ਦੇ ਆਰ ਵਾਟਰ ਸੋਲੂਬਲ ਐਂਡ ਦੇ ਹੈਵ ਹਾਈ ਮੈਲਟਿੰਗ ਪੁਆਇੰਟਸ. ਨਾਓ ਜਿਹੜੇ
ਅਮਾਈਨੋ ਐਸਿਡਸ ਨੇ ਕਿਉਂਕਿ ਇਹਨਾਂ ਵਿੱਚ ਐਸਿਡਿਕ ਤੇ ਬੇਸਿਕ ਗਰੁੱਪ ਦੋਨੋਂ ਨੇ, ਠੀਕ ਹੈ। ਤੇ ਦੇਖੋ ਕੀ ਹੁੰਦਾ ਹੈ ਕਿ ਕਿਸੇ ਵੀ ਅਮਾਈਨੋ ਐਸਿਡ ਵਿੱਚ ਇਹ ਐਸਿਡਿਕ ਗਰੁੱਪ ਤੇ ਇਹ ਬੇਸਿਕ ਗਰੁੱਪ ਆਪਸ ਵਿੱਚ ਰਿਐਕਟ ਕਰ ਸਕਦੇ ਆ, ਠੀਕ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਜਿਸ ਤਰ੍ਹਾਂ ਸ਼ੋ ਕਰਦਾ ਇੱਕ ਇਕੁਏਸ਼ਨ ਇੱਥੇ ਬਣਾਈ ਹੈ ਆਪਾਂ, ਕਿ ਆਪਾਂ ਕੀ ਦੇਖਦੇ ਹਾਂ ਕਿ ਦਿਸ ਐਸਿਡਿਕ ਗਰੁੱਪ ਕਾਰਬੋਕਸਿਲ ਗਰੁੱਪ ਇਟ ਮੇ ਰਿਲੀਜ਼ ਵਨ H ਪੋਜ਼ਿਟਿਵ ਆਇਨ ਟੂ ਦਾ ਅਮਾਈਨੋ ਗਰੁੱਪ। ਦੇਖੋ ਇਹਨੇ ਕਾਰਬੋਕਸਿਲ ਗਰੁੱਪ ਇੱਕ H ਪੋਜ਼ਿਟਿਵ ਆਇਨ ਰਿਲੀਜ਼ ਕਰ ਸਕਦਾ, ਤੇ ਉਹ H ਪੋਜ਼ਿਟਿਵ ਆਇਨ ਜਿਹੜਾ ਐਸਿਡਿਕ ਗਰੁੱਪ ਨੇ ਰਿਲੀਜ਼ ਕੀਤਾ ਉਹ ਦੈਟ ਵਿਲ ਬੀ ਟੇਕਨ ਅਪ ਬਾਈ ਦਿਸ ਅਮਾਈਨੋ ਗਰੁੱਪ। NH2 ਗਰੁੱਪ ਨੇ ਉਹਨੂੰ ਅਸੈਪਟ ਕਰ ਲੈਣਾ। ਜਦੋਂ NH2 ਨੇ ਇਹਨੂੰ ਅਸੈਪਟ ਕਰਨਾ ਤੇ ਸਾਡੇ ਕੋਲ ਰਿਜ਼ਲਟਿੰਗ ਕੰਪਾਊਂਡ ਕੀ ਬਣੇਗਾ, ਕਾਰਬੋਕਸਿਲ ਗਰੁੱਪ ਵਿਲ ਬੀ ਕਨਵਰਟਡ ਇਨਟੂ ਕਾਰਬੋਜ਼ਾਈਲੇਟ ਆਇਨ, ਇਹਦੇ ਤੇ ਨੈਗੇਟਿਵ ਚਾਰਜ ਆ ਜਾਏਗਾ, ਠੀਕ ਹੈ। ਇਹਨੇ H ਪੋਜ਼ਿਟਿਵ ਆਇਨ ਲੂਜ਼ ਕਰ ਦਿੱਤਾ। ਐਂਡ ਔਨ ਦਾ ਅਦਰ ਹੈਂਡ ਦਿਸ NH2 ਗਰੁੱਪ ਵਿਲ ਬੀ ਕਨਵਰਟਡ ਟੂ ਅਮੀਨ ਗਰੁੱਪ, ਠੀਕ ਹੈ। ਇਹ ਅਮੋਨੀਅਮ ਗਰੁੱਪ ਬਣ ਗਿਆ NH3, ਇਹਦੇ ਤੇ ਪੋਜ਼ਿਟਿਵ ਚਾਰਜ ਆ ਗਿਆ। ਹੁਣ ਧਿਆਨ ਨਾਲ ਦੇਖੋ, ਸੇਮ ਕੰਪਾਊਂਡ ਦੇ ਵਿੱਚ ਨੈਗੇਟਿਵ ਐਂਡ ਪੋਜ਼ਿਟਿਵ ਚਾਰਜਿਸ, ਠੀਕ ਹੈ, ਦੋਨੋਂ ਡਿਵੈਲਪ ਹੋ ਗਏ। ਸੱਚ ਡਾਈਪੋਲਰ ਕੰਪਾਊਂਡਸ, ਇਹ ਜੋ ਡਾਈਪੋਲਰ ਕੰਪਾਊਂਡਸ ਬਣਦੇ, ਡਾਈਪੋਲਰ ਮੀਨਸ ਵਿਚ ਹੈਵ ਟੂ ਪੋਲਸ, ਡਾਈ means two, pole mean polar, which have two poles, that is positive and negative poles. Such dipolar compounds which are formed by the transfer of proton from a carboxyl group to the amine group, these are called Zwitter ions. ठीक है बेटा, 1 मार्क ਦੇ ਵਿੱਚ ਬੜੀ इंपॉर्टेंट टर्म है, that is Zwitter ion. Zwitter ion is a dipolar ion which is formed by the transfer of a proton from the carboxyl group, ठीक है, from the carboxyl group to the amine group, NH2 group, ठीक है। जो डाइपोलर आयन एक H पॉजिटिव आयन ਦੇ ट्रांसफर ਹੋਣ ਨਾਲ ਬਣਦਾ from carboxyl group to the amine group, that is called this Zwitter ion. ਇਹਨੂੰ ਆਪਾਂ ਇੰਟਰਨਲ ਸਾਲਟ ਵੀ ਬੋਲਦੇ ਹਾਂ, this is also known as internal salt. ਇੰਟਰਨਲ ਸਾਲਟ ਦੇਖੋ, ਸਾਲਟਸ ਕੀ ਕਾਦੇ ਬਣੇ ਹੁੰਦੇ ਆ, ਆਇਨਸ ਦੇ, ਪੋਜ਼ਿਟਿਵ ਨੈਗੇਟਿਵ ਆਇਨਸ ਦੇ ਬਣੇ ਹੁੰਦੇ, ਐਂਡ ਦਿਸ ਕੰਪਾਊਂਡ ਕੰਟੇਨਸ ਬੋਥ ਪੋਜ਼ਿਟਿਵ ਐਂਡ ਨੈਗੇਟਿਵ ਆਇਨਸ, ठीक है, पॉजिटिव एंड नेगेटिव एंड्स दोनों है दैट, एंड दिस आयन इज फॉर्म्ड बाय द रिएक्शन विद इन द मॉलिक्यूल, दैट इज व्हाई इट इज नोन एज इंटरनल साल्ट, मीन्स ए साल्ट विच इज फॉर्म्ड बाय द, और ए साल्ट विच इज फॉर्म्ड बाय द ट्रांसफर ऑफ आयन्स विद इन द मॉलिक्यूल। आयन की ट्रांसफर हुई है कार्बोक्सिल ग्रुप तो अमीन ग्रुप विच, ते यह जिहड़ी ट्रांसफर हुई है इट अकर्स विद इन द मॉलिक्यूल, किते मॉलिक्यूल के अंदर ही हुई है। हुण बेटा इत्थे एक गल असीं यह देखी है, ऑबजर्व की है, जदों असीं किसी अमाइनो एसिड नूं, किसी अमाइनो एसिड का एक्ो सोल्यूशन बनाईदा, ठीक है, वो उस एक्ो सोल्यूशन के डाईपोलर आयन्स बनणगे, ठीक है। H पॉजिटिव आयन इधरों ट्रांसफर होएगा, लॉस्ट होएगा, इन्हें गेन कर लेना, तो साढ़े को Zwitter आयन की फॉर्मेशन होएगी। नौ जदों आपां सोल्यूशन बनाया एक्ोस किसी कार्बोक्सिलिक एसिड का, किसी अमाइनो एसिड का, जदों असीं किसी अमाइनो एसिड का एक्ो सोल्यूशन बनाईदा, तो हो सकता उस सोल्यूशन का pH जो है एसिडिक होवे, ठीक है, हो सकता उस सोल्यूशन का pH आप अल्कालाइन रखिए, तो यह भी हो सकता कि आप उस सोल्यूशन का pH जो है उन्होंने न्यूट्रल भी मेनटेन कर सकते हैं, न्यूट्रल भी बना सकते हैं। सपोज करो इन्होंने सारिया पॉसिबिलिटीज़ को आप इत्थे डिस्कस करना है। नैक्सट पेज पर देखिए, जिस तरह मेरे को एक अमाइनो एसिड है, अगर इस अमाइनो एसिड दे विच मीडियम आप एसिडिक लै लीए, ठीक है, एसिडिक मीडियम च की होएगा, दिस H पॉजिटिव आयन विल बी टेकन अप बाय द अमीन ग्रुप। हुण इत्थों H पॉजिटिव आयन उधर ट्रांसफर नहीं होएगा, सिंस द मीडियम इज एसिडिक, तो एसिड ने बेटा H पॉजिटिव आयन नहीं रिलीज़ करना अपना, ए H पॉजिटिव आयन फ्रॉम द मीडियम दे विल बी टेकन अप बाय द NH2 ग्रुप। साढ़े को की बनेगा, साढ़े को एक कंपाउंड बनेगा जिहदे विच कार्बोक्सिल ग्रुप इंटैक्ट रहेगा, इनू कोई फर्क नहीं पेगा, बट दिस NH2 ग्रुप विल बी कन्वर्टेड टू अमोनीयम आयन, यह साढ़े को NH3 पॉजिटिव आयन बन जाएगा, यानी कि यह साढ़े को की बन गया, एक कटायन बन गया। तो बेटा इस सोल्यूशन में अगर आप इलैक्ट्रिक पोटेंशियल डिफरेंस अप्लाई करिए, पोटेंशियल डिफरेंस अप्लाई करांगे, 2 इलैक्ट्रोड्स लैके, एंड दैन दिस कटायन विल मूव टुवार्ड्स कैथोड। यह अमाइनो एसिड का जो कटायनिक अमाइनो एसिड बनी है, इट विल मूव टुवार्ड्स द कैथोड, ठीक है। सैकेंड पॉसिबिलिटी देखो, साढ़े कोल एक अमाइनो एसिड है, ठीक है, नाउ दिस टाइम वी हैव केप्ट द मीडियम और वी हैव केप्ट द pH एज अल्कालाइन, असी बेसिक pH ले लिया, अल्कालाइन pH ले लिया, यानी कि हाइड्रोक्सल आयन्स असी मीडियम च प्रोवाइड कर दिते। नाउ दीज हाइड्रोक्सल आयन्स है की करनगे, ਇਹ एसिडिक ग्रुप के H पॉजिटिव आयन नूं ले लैणगे। जदों ਇਹ एसिडिक ग्रुप के विचों कार्बोक्सिल ग्रुप के H पॉजिटिव आयन नूं ਲੈ ਲੈਣਗੇ
ਤੇ ਕਾਰਬੋਕਸਿਲ ਗਰੁੱਪ ਦਾ H ਪੋਜ਼ਿਟਿਵ ਆਇਨ ਜਾਣ ਤੋਂ ਬਾਅਦ ਸਾਡੇ ਕੋਲ ਇਹ ਸਟਰਕਚਰ ਬਣੇਗਾ, ਨਾਲ ਇੱਕ ਵਾਟਰ ਮੋਲੀਕੂਲ ਦੀ ਫਾਰਮੇਸ਼ਨ ਹੋਏਗੀ। If the medium is made alkaline, then the hydroxyl ion of the medium, they will take up one proton from the carboxyl ion and this will form an anion, or this will form an anionic amino acid। ਇਹ anionic negatively charged amino acid ਸਾਡੇ ਕੋਲ produce ਹੋਏਗੀ। It means ਕਿ ਸਾਡੇ ਐਕੋ ਸੋਲੂਸ਼ਨ ਵਿੱਚ ਅਮਾਈਨੋ ਐਸਿਡ ਦੇ ਐਕੋ ਸੋਲੂਸ਼ਨ ਵਿੱਚ ਕਟਾਇਨਿਕ ਫਾਰਮ ਐਗਜ਼ਿਸਟ ਕਰਨਗੀਆਂ ਜਾਂ ਅਨਾਇਨਿਕ ਫਾਰਮ ਦੀ ਐਗਜ਼ਿਸਟ ਕਰਨਗੀਆਂ। ਦੈਟ ਵਿਲ ਡਿਪੈਂਡ ਅਪੋਨ ਦਾ pH। ਇਫ ਦਾ pH ਇਜ਼ ਐਸਿਡਿਕ, then cationic form of amino acids will be available in the medium, and if the medium is alkaline, then anionic form of amino acids will be present in the medium। ਠੀਕ ਹੈ, ਫਿਰ ਅਨਾਇਨਿਕ ਫਾਰਮ ਵਿੱਚ ਅਮਾਈਨੋ ਐਸਿਡਸ ਕਿਹਨੇ ਪ੍ਰੈਜ਼ੈਂਟ ਹੋਣਗੇ। ਹੁਣ ਦੂਸਰੀ ਗੱਲ ਹੈ ਕਿ ਜਦੋਂ ਆਪਾਂ ਇੱਥੇ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਹਾਂ, ਇਲੈਕਟ੍ਰਿਕ ਫੀਲਡ ਅਪਲਾਈ ਕਰਾਂਗੇ, these cationic amino acids will move towards cathode। याद है ना, cations move towards cathode। ਇਹ cationic amino acid ने cation ਦੀ ਤਰਫ move ਕਰ ਜਾਣਾ। ਠੀਕ ਹੈ, ਦੂਸਰੇ ਪਾਸੇ ਜੇ ਆਪਾਂ ਇਲੈਕਟ੍ਰਿਕ ਫੀਲਡ ਇੱਥੇ ਅਪਲਾਈ ਕਰੀਏ ਤੇ ਇੱਥੇ ਅਪਲਾਈ ਕਰਨ ਨਾਲ ਕੀ ਹੋਏਗਾ ਕਿ ਜੋ ਅਨਾਇਨਿਕ ਅਮਾਈਨੋ ਐਸਿਡਸ ਨੇ they will move towards anode। ਇਹ ਅਨਾਇਨਿਕ ਅਮਾਈਨੋ ਐਸਿਡਸ ਨੇ ਅਨੋਡ ਵੱਲ ਮੂਵ ਕਰ ਜਾਣਾ। now at some intermediate pH value, ਇੱਕ ਐਸੀ pH ਵੈਲਿਊ ਹੋਏਗੀ, ਇੱਕ ਪਰਟੀਕੂਲਰ pH ਵੈਲਿਊ ਹੋਏਗੀ ਜਿੱਥੇ ਇਹ ਅਮਾਈਨੋ ਐਸਿਡਸ ਕਿਸੇ ਡਾਇਰੈਕਸ਼ਨ 'ਚ ਮੂਵ ਨਹੀਂ ਕਰਨਗੇ। ਦੇਖੋ ਬੇਟਾ, ਐਸਿਡਿਕ ਮੀਡੀਅਮ 'ਚ ਕਟਾਇਨਿਕ ਫਾਰਮ ਐਗਜ਼ਿਸਟ ਕਰਦੀ ਹੈ, ਅਲਕਾਲਾਈਨ ਵਿੱਚ ਅਨਾਇਨਿਕ ਫਾਰਮ, ਤੇ ਇੱਕ ਪਰਟੀਕੂਲਰ pH ਵੈਲਿਊ, ਇੱਕ ਐਸੀ pH ਵੈਲਿਊ ਜਿੱਥੇ ਦੋਨੋਂ ਫਾਰਮਸ ਐਗਜ਼ਿਸਟ ਕਰਨ, ਕੋ ਐਗਜ਼ਿਸਟ ਕਰਨ, ਐਂਡ ਦੇयर ਇਜ਼ ਨੋ ਨੈਟ ਮਾਈਗ੍ਰੇਸ਼ਨ ਆਫ ਅਮਾਈਨੋ ਐਸਿਡ ਮੋਲੀਕਿਊਲਸ। that pH value is called isoelectric point। ਉਸ pH value ਨੂੰ ਆਪਾਂ ਕੀ ਬੋਲਦੇ ਹਾਂ, isoelectric point ਬੋਲਦੇ ਹਾਂ। ਠੀਕ ਹੈ, ਦੇਖੋ ਬੇਟਾ, ਐਸਿਡਿਕ ਮੀਡੀਅਮ ਵਿੱਚ ਅਮਾਈਨੋ ਐਸਿਡਸ ਐਗਜ਼ਿਸਟ ਐਜ਼ ਕਟਾਇਨਸ, alkaline medium ਚ amino acids exist as anions। when potential difference is applied or when an electric field is applied, cations move towards cathode, anions will move towards anode, and at some particular pH value there is no net migration of the amino acid molecules towards any of the electrode। that pH value is called isoelectric point। that pH value where there is no net migration of the alpha amino acid molecules under the applied electric field। ਠੀਕ ਹੈ, ਕਿ ਇਲੈਕਟ੍ਰਿਕ ਫੀਲਡ ਅਪਲਾਈ ਕੀਤੀ ਤੇ ਕਿਹੜੇ pH ਵੈਲਿਊ ਦੇ ਉੱਤੇ ਅਮਾਈਨੋ ਐਸਿਡ ਮੂਵ ਨਹੀਂ ਕਰਦੀਆਂ, ਦੋਨੋਂ ਕਟਾਇਨਿਕ ਵੀ ਅਨਾਇਨਿਕ ਵੀ, that pH value is called isoelectric point। ਤੇ ਇੱਥੇ ਇੱਕ ਬੜੀ ਇੰਪੋਰਟੈਂਟ ਗੱਲ ਹੈ, ਜਿੰਨੀਆਂ ਅਮਾਈਨੋ ਐਸਿਡ ਸਾਨੂੰ 20 ਅਮਾਈਨੋ ਐਸਿਡਸ ਦਾ ਪਤਾ, ਇਹਨਾਂ ਹਰ ਇੱਕ ਅਮਾਈਨੋ ਐਸਿਡ ਦਾ ਆਈਸੋਇਲੈਕਟ੍ਰਿਕ ਪੁਆਇੰਟ ਅਲੱਗ ਹੈਗਾ। every amino acid has its own isoelectric point, and from the isoelectric point we can know which type of amino acid is present in the medium। ਅਗਰ ਬੇਟਾ ਕਿਸੇ ਅਸੀਂ pH ਨੂੰ ਚੇਂਜ ਕਰਦੇ ਰਵਾਂਗੇ ਲਗਾਤਾਰ ਇਲੈਕਟ੍ਰਿਕ ਫੀਲਡ ਅਪਲਾਈ ਕਰਕੇ, ਕਿਸੇ ਐਕੋ ਸੋਲੂਸ਼ਨ ਆਫ ਅਮਾਈਨੋ ਐਸਿਡ ਦੇ, ਕਿਸੇ ਅਮਾਈਨੋ ਐਸਿਡ ਦੇ ਐਕੋ ਸੋਲੂਸ਼ਨ 'ਤੇ ਅਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰਕੇ ਸਲੋਲੀ pH ਵਿੱਚ ਚੇਂਜ ਲਿਆਵਾਂਗੇ। ਚੇਂਜ ਲਿਆਂਦੇ ਆਪਾਂ ਦੇਖਾਂਗੇ ਇੱਕ ਪਰਟੀਕੂਲਰ pH ਵੈਲਿਊ ਦੇ ਉੱਤੇ there will be no net migration of the amino acids, and that pH value correspond to the isoelectric point of that amino acid। ठीक है, and मैं की बोला, every amino acid has its own isoelectric point, and from the isoelectric point we can know which type of amino acid is present in the solution। केड़ी solution च amino acid है उसदे isoelectric point तो पता लग सकता। दूसरी गल है, at the isoelectric point the solubility of an amino acid is decreased or it becomes insoluble। ਆਈਸੋਇਲੈਕਟ੍ਰਿਕ ਪੁਆਇੰਟ ਤੇ ਆ ਕੇ ਕੀ ਹੋ ਜਾਂਦੀਆਂ ਨੇ, ਆਈਸੋਇਲੈਕਟ੍ਰਿਕ ਪੁਆਇੰਟ ਤੇ ਆ ਕੇ ਕੋਈ ਵੀ ਅਮਾਈਨੋ ਐਸਿਡ ਜਿਹੜੀ ਆ ਉਹਦੀ ਸੋਲੂਬਿਲਿਟੀ ਜਿਹੜੀ ਹੈ ਲੀਸਟ ਹੋ ਜਾਂਦੀ ਹੈ। ਮੀਨਸ ਇਟ ਬਿਕਮਸ ਇਨਸੋਲੂਬਲ। ਉਹ ਕੀ ਬਣ ਜਾਂਦੀ ਹੈ, ਇਨਸੋਲੂਬਲ ਬਣ ਜਾਂਦੀ ਹੈ। ਤੇ ਇਨਸੋਲੂਬਿਲਿਟੀ ਜਦੋਂ ਇਨਸੋਲੂਬਲ ਬਣ ਜਾਏਗੀ, ਵੀ ਕੈਨ ਸੈਪਰੇਟ ਦੈਟ ਅਮਾਈਨੋ ਐਸਿਡ ਫਰੋਮ ਦਾ ਸੋਲੂਸ਼ਨ। ਅਸੀਂ ਉਸ ਸੋਲੂਸ਼ਨ ਦੇ ਵਿੱਚੋਂ ਉਸ ਅਮਾਈਨੋ ਐਸਿਡ ਨੂੰ ਸੈਪਰੇਟ ਕਰ ਸਕਦੇ ਹਾਂ, ਅਲੱਗ ਕੱਢ ਸਕਦੇ ਹਾਂ। ਠੀਕ ਹੈ, ਆਈਸੋਇਲੈਕਟ੍ਰਿਕ ਪੁਆਇੰਟ ਦੇ ਉੱਤੇ ਆ ਕੇ ਕਿਸੇ ਵੀ ਜਿਹੜੀਆਂ ਅਮਾਈਨੋ ਐਸਿਡਸ ਨੇ ਉਹਨਾਂ ਦੀ ਸੋਲੂਬਿਲਿਟੀ ਲੀਸਟ ਹੋ ਜਾਏਗੀ, ਉਹਨਾਂ ਦੀ ਮੂਵਮੈਂਟ ਸਟਾਪ ਹੋ ਜਾਏਗੀ, ਐਂਡ ਜਿਹੜੀ ਅਮਾਈਨੋ ਐਸਿਡ ਦੀ ਮੂਵਮੈਂਟ ਸਟਾਪ ਹੋਣਾ, ਸੋਲੂਬਿਲਿਟੀ ਲੀਸਟ ਹੋਣਾ, ਆਪਾਂ ਉਹਨਾਂ ਨੂੰ ਕੀ ਕਰ ਸਕਦੇ ਹਾਂ, ਫਿਲਟਰ ਕਰਕੇ ਬਾਹਰ ਨਿਕਾਲ ਸਕਦੇ ਹਾਂ। ਇਹ ਸਾਡੇ ਕੋਲ ਅਮਾਈਨੋ ਐਸਿਡਸ ਬਾਰੇ ਇੱਕ ਬੜਾ 2 ਟੌਪਿਕਸ ਅਸੀਂ ਡਿਸਕਸ ਕੀਤੇ। ਇੱਕ ਤਾਂ ਆਈਸੋਇਲੈਕਟ੍ਰਿਕ ਪੁਆਇੰਟ ਡਿਸਕਸ ਕੀਤਾ, ਇੱਕ ਲਾਸਟ ਪੇਜ ਦੇ ਉੱਤੇ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਕਿ ਜ਼ਵਿਟਰ ਆਇਨ ਬਾਰੇ।
ठीक है। ਐਜ਼ਵਿਟਰਾਇਨ ਕੀ ਹੁੰਦੇ ਨੇ ਉਹਨਾਂ ਬਾਰੇ ਤੁਹਾਡੇ ਨਾਲ ਇਹ ਡਿਸਕਸ ਕੀਤਾ ਸੀਗਾ। ਇਹ ਜੋ ਪੜ੍ਹਿਆ ਇੱਕ ਵਾਰੀ ਇਹਨੂੰ ਆਪਾਂ ਰਿਵਾਈਜ਼ ਕਰਨਾ, ਉਸ ਤੋਂ ਬਾਅਦ ਆਪਾਂ ਇਹਨਾਂ ਦੀ ਕਲਾਸੀਫਿਕੇਸ਼ਨ ਬਾਰੇ ਚੱਲਾਂਗੇ। ਪ੍ਰੋਟੀਨਸ ਬੇਟਾ ਸਟਾਰਟ ਕੀਤੀਆਂ। ਪ੍ਰੋਟੀਨਸ, the word protein has been derived from the Greek word proteos, which means prime importance. They are very important for the growth and maintenance of the living body, ठीक है। proteins जो ने they are structural material of the animal body। ਐਨੀਮਲ ਬੋਡੀ ਨੂੰ ਸਟਰਕਚਰ ਕੌਣ ਪ੍ਰੋਵਾਈਡ ਕਰਦੇ? ਪ੍ਰੋਟੀਨਸ। ਜਿਸ ਤਰ੍ਹਾਂ ਸੈਲੂਲੋਸ ਜਿਹੜੀ ਹੈ ਉਹ ਪਲਾਂਟਸ ਨੂੰ ਸਟਰਕਚਰ ਪ੍ਰੋਵਾਈਡ ਕਰਦੀ ਹੈ, ਇਸੇ ਤਰ੍ਹਾਂ ਪ੍ਰੋਟੀਨਸ ਜਿਹੜੇ ਨੇ ਦੇ ਪ੍ਰੋਵਾਈਡ ਸਟਰਕਚਰ ਟੂ ਦਾ ਐਨੀਮਲ ਬੋਡੀ। ਐਂਡ ਆਲ ਪ੍ਰੋਟੀਨਸ ਆਰ they are polyamides which are formed by the condensation reaction between alpha amino acids, ठीक है। all proteins are formed by the condensation reaction between alpha amino acids। alpha amino acids ਦਾ ਨਾਮ ਇਹ ਕਿਉਂ ਪਿਆ alpha amino acid? because both alpha amino and acidic group, carboxyl and amino group, both these groups are present on the same carbon atom। ਐਸੇ ਕਾਰਬਨ ਐਟਮ ਦੇ ਨਾਲ ਅਮਾਈਨੋ ਗਰੁੱਪ ਲੱਗਿਆ, ਇਸੇ ਦੇ ਨਾਲ ਹੀ ਐਸਿਡਿਕ ਗਰੁੱਪ ਲੱਗਿਆ। ਦੈਟ ਇਜ਼ ਵਾਈ ਦੇ ਆਰ ਨੋਨ ਐਜ਼ ਅਲਫਾ ਅਮਾਈਨੋ ਐਸਿਡਸ, ठीक है। एंड ड्यू टू द प्रेजेंस ऑफ दीज ग्रुप्स, ठीक है, एसिडिक एंड बेसिक ग्रुप्स very close, due to the close presence of acidic and basic groups, these two groups react together to form a dipolar ion। ਜਿਹੜਾ ਇਹ ਕਾਰਬੋਕਸਿਲ ਗਰੁੱਪ ਆਪਣਾ H ਪੋਜ਼ਿਟਿਵ ਆਇਨ ਲੂਜ਼ ਕਰਦਾ ਹੈ, ਅਮਾਈਨੋ ਗਰੁੱਪ ਉਹਨੂੰ ਲੈ ਲੈਂਦਾ ਮੀਡੀਅਮ ਚੋਂ, ਤੇ ਇੱਕ ਡਾਈਪੋਲਰ ਆਇਨ ਇਹ ਬਣਦਾ ਸਾਡੇ ਕੋਲ ਜਿਹਦੇ ਵਿੱਚ ਪੋਜ਼ਿਟਿਵ ਨੈਗੇਟਿਵ ਆਇਨਸ ਦੋਨੋਂ ਪ੍ਰੈਜ਼ੈਂਟ ਹੁੰਦੇ ਆ। ਐਂਡ ਦਿਸ ਡਾਈਪੋਲਰ ਆਇਨ formed by the transfer of a proton from the carboxyl group to the amino group, this is called zwitterine, ठीक है। and it is also known as internal salt, ठीक है। now ਉਸ ਤੋਂ ਬਾਅਦ ਆਪਾਂ ਕਲਾਸੀਫਿਕੇਸ਼ਨ ਕੀਤੀ ਸੀ ਅਮਾਈਨੋ ਐਸਿਡਸ ਜਿਹੜੀਆਂ ਨੇ ਡਿਪੈਂਡਿੰਗ ਅਪੋਨ ਨੇਚਰ ਵੀ ਹੈਵ 3 types of amino acids, that is acidic, basic amino acid and neutral amino acid। in acidic amino acid there are 2 carboxyl groups and 1 amino group। in basic amino acid there will be 2 amino groups and 1 carboxyl group per molecule of amino acid। and in neutral amino acid equal number of carboxyl and amino groups are present, that is why they behave as a neutral compounds। तो depending upon the bodily requirement, ਸਾਡੀ body ਨੂੰ ਕੀ requirement ਹੈ ਇਹਨਾਂ amino acids ਦੀ, depending upon the requirement of by the human body, we have classified the amino acids into 2 groups, that is essential amino acids and non-essential amino acids। essential amino acids are those which must be present in our diet because our bodies cannot synthesize these amino acids, and the deficiency of essential amino acids causes deficiency diseases like kwashiorkor, ठीक है। जिस तरह kwashiorkor एक डिजीज़ है, इस तरह ਦੀਆਂ ਡਿਜ਼ੀਜ਼ਸ ਸਾਨੂੰ ਡੈਫੀਸ਼ੀਐਂਸੀ ਦੇ ਨਾਲ ਹੋ ਜਾਂਦੀਆਂ। ਬਟ ਨੋਨ ਐਸੈਂਸ਼ੀਅਲ ਅਮਾਈਨੋ ਐਸਿਡਸ ਆਰ ਦੋਜ਼ ਵਿਚ ਨੀਡ ਨਾਟ ਨੈਸੈਸਰੀਲੀ ਬੀ ਪ੍ਰੈਜ਼ੈਂਟ ਇਨ ਆਵਰ ਬੋਡੀ, ठीक है, in our diet, sorry। the non-essential amino acids are those which need not necessarily be present in our diet because our bodies can synthesize these amino acids। non-essential amino acids ਦਾ diet 'ਚ ਹੋਣਾ ਜ਼ਰੂਰੀ ਨਹੀਂ ਹੈ ਕਿਉਂਕਿ ਸਾਡੀ ਬੋਡੀ ਇਹਨਾਂ ਨੂੰ ਸਿੰਥੇਸਾਈਜ਼ ਕਰ ਸਕਦੀ ਹੈ। ਦੈਨ ਜੋ ਅਸੀਂ ਫੂਡ ਲੈਂਦੇ ਹਾਂ, ਜੋ ਅਸੀਂ ਪ੍ਰੋਟੀਨਸ ਯੂਜ਼ ਕਰਦੇ ਹਾਂ, depending upon whether they provide us with all the required amino acids or not, we have 2 types of proteins, a complete protein and incomplete protein। complete protein is that which provide us with all the essential amino acids as well as the non-essential amino acids, ठीक है। and their example is meat, fish, egg and milk, ठीक है। milk, meat, fish, egg जो चारे food ने they are complete proteins because they provide us with all the essential amino acids। and incomplete protein is that which does not provide us with all the required or all the essential amino acids, and their example is rice and wheat, ठीक है। ਇਹਨਾਂ ਦੇ ਅਗਰ ਆਪਾਂ ਜ਼ਿਆਦਾ ਯੂਜ਼ ਕਰਾਂਗੇ, ਇਹਨਾਂ ਦਾ ਸਿਰਫ ਇਹਨਾਂ ਨੂੰ ਯੂਜ਼ ਕਰਾਂਗੇ ਤਾਂ ਸਾਡੀ ਬੋਡੀ ਦੇ ਵਿੱਚ ਕੀ ਹੈ ਡੈਫੀਸ਼ੀਐਂਸੀ ਡਿਜ਼ੀਜ਼ਸ ਜਿਹੜੀਆਂ ਨੇ ਉਹ ਹੋ ਸਕਦੀਆਂ। ਤੇ ਅਮਾਈਨੋ ਐਸਿਡਸ ਦੇ ਪ੍ਰੋਪਰਟੀਜ਼ ਆਪਾਂ ਕੀ ਡਿਸਕਸ ਕੀਤਾ, ਦੈਟ ਅਮਾਈਨੋ ਐਸਿਡਸ ਆਰ ਕਲਰਲੈਸ, ਕ੍ਰਿਸਟਲਾਈਨ ਐਂਡ ਵਾਟਰ ਸੋਲੂਬਲ ਕੰਪਾਊਂਡਸ ਹੈਵਿੰਗ ਹਾਈ ਮੈਲਟਿੰਗ ਪੁਆਇੰਟਸ। ਦੈਨ ਕਮਸ ਦੇਅਰ ਅਸੀਂ ਆਈਸੋਇਲੈਕਟ੍ਰਿਕ ਪੁਆਇੰਟ ਨੂੰ ਡਿਸਕਸ ਕਰਨ ਲਈ ਇੱਥੇ 2 ਰਿਐਕਸ਼ਨਸ ਤੁਹਾਡੇ ਨਾਲ ਡਿਸਕਸ ਕੀਤੇ ਕਿ ਐਸਿਡਿਕ ਮੀਡੀਅਮ ਦੇ ਵਿੱਚ ਅਮਾਈਨੋ ਐਸਿਡਸ ਐਗਜ਼ਿਸਟ ਐਜ਼ ਕਟਾਇਨਿਕ ਫਾਰਮ, ਇਨ ਦਾ ਕਟਾਇਨਿਕ ਫਾਰਮ, and in the alkaline medium or basic medium amino acids exist as anions, ठीक है। when an electric field is applied to the solution of an amino acid, then if there are cationic amino acids they will move towards the cathode, and if in the solution there are anionic amino acids then these amino acids will move towards anode। but at some particular or at some intermediate pH value there is no net migration of the amino acid molecules towards either of the cathode or anode, ठीक है। cathode node ਵੱਲ ਕਿਸੇ ਸਾਈਡ ਵੱਲ ਇਹਨਾਂ ਦੀ ਮਾਈਗ੍ਰੇਸ਼ਨ ਨਹੀਂ ਹੋਏਗੀ, and that pH value
at which there is no net migration of the amino acid molecules, that pH value is known as a isoelectric point. ठीक है, and every amino acid has its unique isoelectric point. Okay, at the isoelectric point the solubility of the amino acids become least, they become insoluble and they can be separated by filtration. ठीक है, इन्हों ਆਪਾਂ ਸੈਪਰੇਟ ਕਰ ਸਕਦੇ ਹਾਂ ਫਿਲਟਰੇਸ਼ਨ ਦੇ ਨਾਲ। ਕੱਲ ਜੋ ਆਪਾਂ ਨੈਕਸਟ ਜੋ ਮੰਡੇ ਹੀ ਲੈਕਚਰ ਲਗਾਵਾਂਗੇ ਉਹਦੇ ਵਿੱਚ ਆਪਾਂ ਬੇਟਾ ਕਲਾਸੀਫਿਕੇਸ਼ਨ ਆਫ ਪ੍ਰੋਟੀਨਸ ਨੂੰ ਡਿਸਕਸ ਕਰਾਂਗੇ, ਪ੍ਰੋਟੀਨਸ ਦੀਆਂ ਟਾਈਪਸ, ਉਹਨਾਂ ਦੀ ਕਲਾਸੀਫਿਕੇਸ਼ਨ ਐਂਡ ਫੰਕਸ਼ਨਸ, ਤੇ ਉਹਦੇ ਨਾਲ ਆਪਾਂ ਪ੍ਰੋਟੀਨਸ ਵਾਲਾ ਟੌਪਿਕ ਜਿਹੜਾ ਉਹਨੂੰ ਫਿਨਿਸ਼ ਕਰਨਾ ਹੈਗਾ। ਠੀਕ ਹੈ, ਬਾਕੀ ਬੇਟਾ ਪਰਸੋਂ ਮੰਡੇ ਨੂੰ ਤੁਹਾਨੂੰ ਲੈਕਚਰ ਸੈਂਡ ਕਰਾਂਗਾ ਮੈਂ। ਥੈਂਕ ਯੂ ਬੇਟਾ।